ਸ਼੍ਰੀ ਅਕਾਲ ਦੋਸਤੋ, ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਬਹੁਤ ਸਵਾਗਤ ਹੈ। ਮੈਂ ਆਪ ਸਭ ਨਾਲ ਜੱਸੀ ਮਾਨ। ਬੜੀਆਂ ਹੀ ਵਧੀਆ ਗੱਲਾਂ ਆਪਾਂ ਕਰਦੇ ਹਾਂ ਜੀ ਦੋਸਤੋ। ਸਮਝਦਾਰ ਹੋ ਚੁੱਕੇ ਹੋ ਤੁਸੀਂ, ਲੌਜਿਕ ਨੂੰ ਪਸੰਦ ਕਰਦੇ ਹੋ ਜੀ। ਹਾਂ, ਕੋਈ ਵੀ ਆਪਾਂ ਗੱਲ ਕਰਦੇ ਹਾਂ ਗ੍ਰਹਿਾਂ ਨਾਲ ਸੰਬੰਧਿਤ ਜੋ ਗੱਲ ਹੈ, ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਜੀ ਕਿ ਗ੍ਰਹਿਾਂ ਦੇ ਸੁਭਾਅ ਨੂੰ ਸਮਝਣਾ। ਜਦੋਂ ਤੁਸੀਂ ਆਪਣੇ ਕਿਸੇ ਵੀ ਸੁਭਾਅ ਨੂੰ, ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੈ ਲਓ, ਆਪਣੇ ਦੋਸਤ ਮਿੱਤਰ ਨੂੰ ਲੈ ਲਓ, ਆਪਣੇ ਪਰਿਵਾਰਿਕ ਮੈਂਬਰਾਂ ਨੂੰ ਹੀ ਲੈ ਲਓ, ਜਦੋਂ ਤੁਸੀਂ ਉਸਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝ ਗਏ ਤਾਂ ਤੁਸੀਂ ਕਿਉਂ ਵਿਗਾੜੋਗੇ ਉਸਦੇ ਨਾਲ, ਤੇ ਉਸਦੇ ਅਨੁਸਾਰ ਹੀ ਚੱਲਣ ਦੀ ਕੋਸ਼ਿਸ਼ ਕਰੋਗੇ, ਕਿਉਂਕਿ ਤੁਹਾਨੂੰ ਸ਼ਾਂਤੀ ਚਾਹੀਦੀ ਹੈ ਤੇ ਨਾਲ ਤੁਹਾਨੂੰ ਉਸਦਾ ਪਿਆਰ ਤੇ ਉਸਦਾ ਸਾਥ ਵੀ ਚਾਹੀਦਾ ਹੈ। ਬਸ ਇਹੀ ਇਤਨਾ ਗ੍ਰਹਿਾਂ ਦੀ ਸੁਭਾਅ ਨੇ। ਜਦੋਂ ਅਸੀਂ ਇਹਨਾਂ ਨੂੰ ਸਮਝ ਲਿਆ, ਸਾਨੂੰ ਪਤਾ ਲੱਗ ਗਿਆ ਕਿ ਸਾਡੇ ਲਈ ਕੀ ਗਲਤ ਹੈ, ਸਾਡੇ ਲਈ ਕੀ ਸਹੀ ਹੈ, ਜਾਂ ਕੀ ਕਰਨ ਦੇ ਨਾਲ ਸਾਨੂੰ ਕੀ ਨੈਗੇਟਿਵ ਪ੍ਰਭਾਵ ਪੈਂਦੇ ਆ, ਤੇ ਉਸ ਤੋਂ ਬਾਅਦ ਅਸੀਂ ਉਸ ਨੈਗੇਟਿਵ ਪ੍ਰਭਾਵ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ ਹੀ ਕਰਾਂਗੇ। ਕੌਣ ਆਪਣਾ ਨੁਕਸਾਨ ਕਰਨਾ ਚਾਹੁੰਦਾ ਹੈ? ਕੋਈ ਨਹੀਂ ਨਾ। ਇਸੇ ਕਰਕੇ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਨੁਕਸਾਨ ਤਾਂ ਬਿਲਕੁਲ ਵੀ ਨਾ ਹੋਵੇ। ਚਲੋ, ਫਾਇਦਾ ਕਰਨਾ ਤੇ ਉਸ ਪਰਮਾਤਮਾ ਦੇ ਹੱਥ ਵਿੱਚ ਹੈ, ਪਰ ਕਈ ਵਾਰੀ ਅਸੀਂ ਬਹੁਤ ਵੱਡਾ ਨੁਕਸਾਨ ਵੀ ਉਸ ਪਰਮਾਤਮਾ ਦੇ ਹੀ ਸਿਰ ਮਾਰ ਦਿੰਦੇ ਆ ਕਿ ਉਸ ਤੋਂ ਬਿਨਾਂ ਤੇ ਪੱਤਾ ਹੀ ਨਹੀਂ ਹਿੱਲਦਾ। ਫਿਰ ਸਾਡਾ ਐਡਾ ਵੱਡਾ ਨੁਕਸਾਨ ਕਿਉਂ ਹੋ ਗਿਆ? ਦੇਖੋ, ਇੱਕ ਗੱਲ ਯਾਦ ਰੱਖੋ ਦੋਸਤੋ, ਪਰਮਾਤਮਾ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ। ਜੋ ਅਸੀਂ ਭੁਗਤ ਰਹੇ ਹਾਂ ਇਹ ਸਾਡੇ ਕਰਮ ਨੇ। ਕਰਮ ਮੀਨਸ ਅਸੀਂ ਜਿੱਥੇ ਪੈਦਾ ਹੋਏ, ਜਿਸ ਜਗ੍ਹਾ ਤੇ ਪੈਦਾ ਹੋਏ, ਜਿਸ ਸੰਬੰਧ ਜਿਨ੍ਹਾਂ ਨਾਲ ਸਾਨੂੰ ਹੋਇਆ, ਇਹ ਜ਼ਿੰਦਗੀ ਦਾ ਲੈਣ ਦੇਣੀ ਹੈ। ਤੇ ਰਿਸ਼ਤੇ ਵੀ ਅਸੀਂ ਕੁਝ ਨਾ ਕੁਝ ਕਿਸੇ ਤਰ੍ਹਾਂ ਨਾਲ ਲੈਣ ਆਇਆ ਤੇ ਕੁਝ ਰਿਸ਼ਤਿਆਂ ਦਾ ਕਰਜ਼ਾ ਅਸੀਂ ਮੋੜਨ ਆਇਆ। ਇਸੇ ਕਰਕੇ ਹੀ ਤੇ ਸਾਨੂੰ ਇਹ ਖੂਨ ਦੇ ਰਿਸ਼ਤੇ ਮਿਲਣੇ। ਪੀੜ੍ਹੀ ਦਰ ਪੀੜ੍ਹੀ ਇਹ ਦੁਨੀਆ ਦਾ ਚੱਕਰ ਹੈ ਜੀ। ਵਕਤ ਦੇ ਅਨੁਸਾਰ ਇਹ ਘੁੰਮਦਾ ਹੀ ਰਹਿੰਦਾ, ਵਕਤ ਦਾ ਪਹੀਆ ਚੱਲਦਾ ਹੀ ਰਹਿੰਦਾ ਹੈ। ਇਹ ਚੀਜ਼ਾਂ ਤੇ ਤੁਸੀਂ ਸਾਰੇ ਜਾਣਦੇ ਹੀ ਹੋ। ਇਸੇ ਕਰਕੇ ਨਾ ਤੇ ਸਾਡੀ ਮਰਜ਼ੀ ਦੇ ਨਾਲ ਸਾਨੂੰ ਰਿਸ਼ਤੇ ਮਿਲੇ ਨੇ, ਨਾ ਹੀ ਸਾਡੀ ਮਰਜ਼ੀ ਦੇ ਨਾਲ ਸਾਨੂੰ ਪੁੱਛਿਆ ਗਿਆ ਹੈ ਕਿ ਦੱਸੋ ਜੀ ਤੁਹਾਨੂੰ ਕੀ ਚਾਹੀਦਾ ਹੈ ਤੇ ਕਿੱਥੇ ਤੁਹਾਨੂੰ ਭੇਜਿਆ ਜਾਵੇ। ਚਲੋ, ਮਰੇ ਬਿਨਾ ਸਵਰਗ ਨਹੀਂ ਮਿਲਦਾ ਤੇ ਸਾਨੂੰ ਪਤਾ ਹੀ ਨਹੀਂ ਹੈ ਕਿ ਅੱਗੇ ਕੀ ਹੈ ਕੀ ਨਹੀਂ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਕੋਸ਼ਿਸ਼ ਕਰਦੇ ਵੀ ਹਾਂ ਕਿ ਅਸੀਂ ਜੋ ਵੀ ਜੀਵਨ ਜੀਉ ਰਹੇ ਹਾਂ ਇਸ ਨੂੰ ਸਹੀ ਤਰੀਕੇ ਨਾਲ ਨਿਰੋਗ ਰਹਿ ਕੇ, ਬਿਨਾਂ ਪਰੇਸ਼ਾਨੀਆਂ ਤੋਂ, ਬਿਨਾਂ ਦੁੱਖਾਂ ਤੋਂ, ਆਪਣਿਆਂ ਦੇ ਵਿੱਚ ਸ਼ਾਂਤੀ ਦੇ ਨਾਲ 4, 14 ਜਾਂ 24 ਕਿੰਨੇ ਵੀ ਦਿਨ ਕੱਟਣੇ ਆ, ਕਿੰਨੀ ਵੀ ਉਮਰ ਹੈ, ਚਾਹੇ 100 ਸਾਲ ਹੈ, ਚਾਹੇ ਸਾਨੂੰ ਪਰਮਾਤਮਾ ਨੇ ਕਿੰਨੀ ਵੀ ਦਿੱਤੀ ਹੈ, ਬਸ ਉਹ ਸਾਡਾ ਸਾਹ ਸੌਖਾ ਤੇ ਨਾਲ ਸਾਡੀ ਜੋ ਜ਼ਿੰਦਗੀ ਦੇ ਸਾਹ ਨੇ ਸੌਖੇ ਵਕਤ ਅਨੁਸਾਰ ਸਾਨੂੰ ਨਿਕਲਦੇ ਹੀ ਰਹਿਣ। ਮੀਨਸ ਸਾਡੀ ਜਿੰਨੀ ਵੀ ਜ਼ਿੰਦਗੀ ਹੈ ਬੜੀ ਸੌਖੀ ਨਿਕਲੇ, ਨਿਰੋਗ ਰਹਿ ਕੇ ਨਿਕਲੇ, ਬਿਨਾਂ ਰੋਗਾਂ ਤੋਂ, ਬਿਨਾਂ ਪਰੇਸ਼ਾਨੀਆਂ ਤੋਂ, ਬਿਨਾਂ ਹਸਪੀਟਲਾਈਜ਼ਡ ਹੋਣ ਤੋਂ, ਬਿਨਾਂ ਵੱਡੇ ਵੱਡੇ ਦੁੱਖ ਝੱਲਣ ਤੋਂ। ਤੋੜ ਦਿੰਦੇ ਨੇ ਜੀ ਸਾਨੂੰ ਇਹ ਜ਼ਿੰਦਗੀ ਦੇ ਦੁੱਖ ਜੋ ਨੇ। ਇਹ ਸਾਨੂੰ ਕੋਈ ਵੀ ਇਨਸਾਨ ਹੈ ਉਨੀ ਦੇਰ ਤੱਕ ਪਰੇਸ਼ਾਨ ਨਹੀਂ ਹੁੰਦਾ ਜਦੋਂ ਤੱਕ ਉਸ ਨੂੰ ਦੁੱਖ ਨਾ ਲੱਗਾ ਹੋਵੇ। ਕਹਿੰਦੇ ਨੇ ਨਾ ਕਿ ਚਿੰਤਾ ਜੋ ਹੈ ਉਹ ਚਿਤਾ ਦੇ ਬਰਾਬਰ ਹੈ। ਤੇ ਚਿੰਤਾ ਕਾਦੀ ਹੈ? ਚਿੰਤਾ ਹੈ ਸਾਨੂੰ ਸਾਡੇ ਬੱਚਿਆਂ ਦੀ, ਸਾਡੇ ਪਰਿਵਾਰ ਦੀ, ਸਾਡੇ ਆਪਣਿਆਂ ਦੀ। ਤੇ ਜਦੋਂ ਸਾਡਾ ਕੋਈ ਆਪਣਾ ਦੁਖੀ ਹੋਵੇ ਜਾਂ ਇਸ ਦੁਨੀਆ ਤੋਂ ਚਲੇ ਜਾਏ, ਬੇਵਕਤਾ ਚਲੇ ਜਾਵੇ ਖਾਸ ਤੌਰ ਤੇ ਉਹ ਇਨਸਾਨ ਅੰਦਰੋਂ ਟੁੱਟ ਜਾਂਦਾ ਹੈ। ਤੇ ਉਸ ਟੁੱਟੇ ਹੋਏ ਇਨਸਾਨ ਦਾ ਜਿਉਣਾ ਬਸ ਇਦਾਂ ਹੀ ਸਮਝਿਆ ਜਾਂਦਾ ਕਿ ਉਹ ਵਕਤ ਹੀ ਕੱਟ ਰਿਹਾ ਹੈ। ਇਸੇ ਤਰ੍ਹਾਂ ਹੀ ਸਾਨੂੰ ਚਾਹੀਦਾ ਹੈ ਕਿ ਪਰਮਾਤਮਾ ਕਰੇ ਕਿ ਕਿਸੇ ਨਾਲ ਵੀ ਕੋਈ ਇਦਾਂ ਦੀ ਅਣਹੋਣੀ ਘਟਨਾ ਨਾ ਹੋਵੇ ਜੋ ਤੁਹਾਨੂੰ ਜ਼ਿੰਦਗੀ ਛੱਡਣ ਤੋਂ ਹੀ ਮਜਬੂਰ ਕਰ ਦੇਵੇ ਕਿ ਬਸ ਦਿਨ ਕੱਟ ਰਹੇ ਹਾਂ ਜੀ, ਬਾਕੀ ਕੀ ਹੈ। ਜਦੋਂ ਤੁਸੀਂ ਆਪਣੇ ਗ੍ਰਹਿ ਸੈੱਟ ਕਰ ਰਹੇ ਹੋ, ਬਾਕੀ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ। ਉਸਨੇ ਕਿਸੇ ਨੂੰ ਕਿੰਨੀ ਕੁ ਉਮਰ ਦਿੱਤੀ ਹੈ ਸਭ ਉਸਦੇ ਹੱਥ ਵਿੱਚ ਹੈ। ਸਾਰੇ ਫਲ ਤੇ ਨਹੀਂ ਪੱਕਦੇ, ਹਰ ਦਰਖਤ ਦੇ ਵਿੱਚ ਕੁਝ ਨਾ ਕੁਝ ਹੋ ਜਾਂਦਾ ਹੈ। ਅਣਚਾਹੀਆਂ ਘਟਨਾਵਾਂ ਨੂੰ ਅਸੀਂ ਨਹੀਂ ਰੋਕ ਸਕਦੇ, ਪਰ ਅਸੀਂ ਆਪਣੀ ਜੋ ਸਾਡੀ ਜ਼ਿੰਦਗੀ ਹੈ ਅਸੀਂ ਕੱਟ ਰਹੇ ਹਾਂ, ਇਸ ਵਿੱਚ ਕੋਈ ਦੁੱਖ ਨਾ ਹੋਵੇ, ਕੋਈ ਪਰੇਸ਼ਾਨੀ ਨਾ ਹੋਵੇ, ਉਸ ਦੇ ਲਈ ਯਤਨ ਕਰਨ ਲਈ ਅਸੀਂ ਆਪਣੇ ਸਿਤਾਰਿਆਂ ਨੂੰ ਸਹੀ ਕਰਦੇ ਹਾਂ। ਇਹਨਾਂ ਨੂੰ ਲੌਜਿਕਲੀ ਸਹੀ ਕਰਨ ਬਾਰੇ, ਇਹਨਾਂ ਦੇ ਸੁਭਾਅ ਨੂੰ ਜਾਣਦੇ ਹਾਂ। ਸੱਚ ਜਾਣੋ, ਅਗਰ ਤੁਹਾਡੇ ਸਿਤਾਰੇ ਸਹੀ ਨੇ ਕੋਈ ਨੁਕਸਾਨ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ। ਪਰਮਾਤਮਾ ਨੇ ਤੁਹਾਨੂੰ ਬਿਲਕੁਲ ਕੋਈ ਦੁੱਖ ਨਹੀਂ ਦੇਣਾ। ਜੋ ਸਾਡੇ ਕਰਮ ਨੇ ਉਹ ਤੇ ਸਾਡੇ ਕਰਮ ਕੀ ਨੇ ਜੀ? ਕਰਮ ਇਹ ਹੈ ਕਿ ਸਾਡੀ ਕਿਸਮਤ ਦੇ ਵਿੱਚ ਕੀ ਲਿਖਿਆ ਹੈ ਸਾਨੂੰ ਨਹੀਂ ਪਤਾ। ਇਸ ਕਰਕੇ ਅਸੀਂ ਆਪਣਾ ਕਰਮ ਕਰ ਹੀ ਰਹੇ ਹਾਂ। ਕਈ ਵਾਰੀ ਅਸੀਂ ਸਾਰੀ ਉਮਰ ਗਲਤ ਕਰਮ ਹੀ ਕਰਦੇ ਰਹਿੰਦੇ ਹਾਂ। ਮੰਨ ਲਓ ਕਿ ਸਾਨੂੰ ਪ੍ਰਾਪਰਟੀ ਤੋਂ ਬੜਾ ਫਾਇਦਾ ਹੋਣਾ ਹੈ ਤੇ ਅਸੀਂ ਕਰ ਰਹੇ ਹਾਂ ਇੱਕ ਸਰਕਾਰੀ ਨੌਕਰੀ ਜਾਂ ਇੱਕ ਪ੍ਰਾਈਵੇਟ ਛੋਟੀ ਜਿਹੀ ਨੌਕਰੀ। ਪ੍ਰਾਪਰਟੀ ਦਾ ਰਿਸਕ ਅਸੀਂ ਲੈ ਹੀ ਨਹੀਂ ਰਹੇ ਕਿਉਂਕਿ ਅਸੀਂ ਜਾਣਦੇ ਹਾਂ ਛੱਡੋ ਜੀ ਪਰੇ, ਕਿਤੇ ਕੋਈ ਨੁਕਸਾਨ ਹੀ ਨਾ ਹੋ ਜਾਏ। ਆਪਣੀ ਕਿਸਮਤ ਨੂੰ ਤੱਕ ਲਿਆ।
ਇਹ ਵੀ ਤੇ ਕੋਈ ਸਿਤਾਰੇ ਹੀ ਹੋਣਗੇ ਨਾ, ਤੱਕਣ ਵਾਲੇ ਮਜ਼ਬੂਤ ਹੋਣਗੇ। ਤੇ ਜਿਹਨੇ ਸਾਨੂੰ ਪ੍ਰੋਫਿਟ ਦੇਣਾ ਉਹ ਵਿਚਾਰਾ ਸਾਰੀ ਉਮਰ ਇਹੀ ਸੋਚਦੇ ਰਹਿੰਦੇ ਆ ਕਿ ਕਦੋਂ ਇਹ ਬੰਦਾ ਕੰਮ ਕਰੇਗਾ ਤੇ ਕਦੋਂ ਮੈਂ ਇਸ ਨੂੰ ਇਸ ਦੇ ਕੀਤੇ ਹੋਏ ਕਰਮ ਦਾ ਚੰਗਾ ਫਾਇਦਾ ਦੇਵਾਂਗਾ। ਬਸ ਇਹੀ ਹੈ ਕਿ ਸਾਨੂੰ ਵਕਤ ਦੇ ਅਨੁਸਾਰ ਪਤਾ ਚੱਲ ਜਾਵੇ ਕਿ ਕਿਹੜੀ ਚੀਜ਼ ਸਾਡੇ ਲਈ ਸਹੀ ਹੈ ਤਾਂ ਅਸੀਂ ਉਸ ਨੂੰ ਸਹੀ ਕਰ ਲੈਂਦੇ ਆ। ਅਸੀਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿ ਕੀ ਕਰਨਾ ਚਾਹੀਦਾ ਹੈ ਸਵੇਰੇ ਉੱਠਦੇ ਸਾਰ ਕਿ ਸਾਡਾ ਦਿਨ ਚੰਗਾ ਜਾਵੇ। ਬਹੁਤ ਛੋਟੇ ਛੋਟੇ ਜਿਹੇ ਬੜੇ ਸਿੰਪਲ ਜਿਹੇ ਉਪਾਅ ਸੀਗੇ, ਕੋਈ ਇਹੋ ਜੀ ਗੱਲ ਨਹੀਂ ਹੈ ਕਿ ਅਸੀਂ ਕਰ ਨਹੀਂ ਸਕਦੇ। ਸਾਡੀ ਰੋਜ਼ਮਰਾ ਦੀ ਜ਼ਿੰਦਗੀ ਹੈ, ਸਵੇਰੇ ਉੱਠੇ ਅਸੀਂ ਛੋਟੇ ਛੋਟੇ ਜਿਹੇ ਟਿਪ ਜੋ ਤੁਹਾਨੂੰ ਦੱਸੇ ਆ ਉਹ ਤੁਸੀਂ ਅਪਣਾਏ ਤੇ ਉਸ ਦੇ ਨਾਲ ਕੀ ਹੋ ਗਿਆ, ਸਾਡੇ ਦਿਨ ਸਹੀ ਹੋਣ ਲੱਗ ਗਏ। ਪਰ ਸਾਨੂੰ ਆਪਣੇ ਗ੍ਰਹਿਾਂ ਦਾ ਨਹੀਂ ਪਤਾ। ਇਸੇ ਤਰ੍ਹਾਂ ਹੀ ਅਸੀਂ ਹੌਲੀ ਹੌਲੀ ਇਹ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਹੋਰ ਜ਼ਿਆਦਾ ਪੋਜ਼ਿਟਿਵਿਟੀ ਲੈਣ ਦੇ ਲਈ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ। ਦੱਸਦੀ ਹਾਂ ਤੁਹਾਨੂੰ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ। ਵਹਿਮ ਨਹੀਂ ਹੈ ਜੀ, ਇਹ ਬਿਲਕੁਲ ਸਹੀ ਹੈ। ਜਦੋਂ ਤੁਸੀਂ ਸੌਣ ਬੈੱਡ ਤੇ ਜਾਣਾ ਮੀਨਸ ਤੁਸੀਂ ਇੱਕ ਹੋਰ ਦੁਨੀਆ ਵਿੱਚ ਜਾ ਰਹੇ ਹੋ, ਤੁਸੀਂ ਸੌ ਰਹੇ ਹੋ, ਤੁਸੀਂ ਰਿਲੈਕਸ ਕਰ ਰਹੇ ਹੋ, ਤੁਹਾਨੂੰ ਸ਼ਾਂਤੀ ਦੀ ਨੀਂਦ ਚਾਹੀਦੀ ਹੈ। ਕਈ ਵਾਰੀ ਕੀ ਕਰਦੇ ਹਾਂ ਜੀ, ਅਸੀਂ ਪੂਰੀ ਮਿਹਨਤ ਕਰਦੇ ਹਾਂ ਸਾਰਾ ਦਿਨ, ਕਈਆਂ ਨੂੰ ਤੇ ਮਸਾਂ ਹੀ ਬਿਸਤਰਾ ਮਿਲਦਾ ਹੈ ਕਿ ਚਲੋ ਜੀ ਆਰਾਮ ਕਰਨ ਦਾ ਟਾਈਮ, ਤੇ ਕਈ ਕੋਸ਼ਿਸ਼ ਕਰਦੇ ਕਲਪਦੇ ਰਹਿੰਦੇ ਨੇ ਕਿ ਆਰਾਮ ਦੀ ਨੀਂਦ ਆ ਜਾਵੇ ਥੋੜੀ ਦੇਰ। ਕਦੇ ਕੁਝ ਦੁਖਦਾ ਹੈ ਜਾਂ ਪਾਸੇ ਮਾਰ ਕੇ ਜਾਂ ਦਵਾਈ ਲੈਣ ਦੇ ਬਾਵਜੂਦ ਵੀ ਨੀਂਦ ਨਹੀਂ ਆਉਂਦੀ, ਤਾਂ ਤੁਹਾਨੂੰ ਸਹੀ ਦਿਸ਼ਾ ਵਿੱਚ ਸੌਣਾ ਚਾਹੀਦਾ ਹੈ। ਆਪਣੇ ਬੈੱਡ ਨੂੰ ਡਿਸਪੋਜ਼ਲ ਜਗ੍ਹਾ ਤੇ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ। ਆਪਣੀਆਂ ਦਿਸ਼ਾਵਾਂ ਦੇ ਮੁਤਾਬਕ ਉਸ ਜਗ੍ਹਾ ਤੇ ਹੀ ਸੌਵੋ ਜਿੱਥੇ ਤੁਹਾਨੂੰ ਪੋਜ਼ਿਟਿਵਿਟੀ ਜ਼ਿਆਦਾ ਆਉਂਦੀ ਹੋਵੇ, ਮਨ ਖੁਸ਼ ਹੋਵੇ, ਜਿੱਥੋਂ ਉੱਤੇ ਤੇ ਲੱਗੇ ਕਿ ਬਸ ਦਿਨ ਚੜਿਆ ਹੈ, ਸਾਰੇ ਸਾਡੇ ਆਪਣੇ ਨੇ, ਸਾਰਾ ਕੁਝ ਵਧੀਆ ਹੈ, ਕੋਈ ਕਿਸੇ ਦੀ ਪਰੇਸ਼ਾਨੀ ਨਹੀਂ। ਜਦੋਂ ਤੁਹਾਡੀ ਨੀਅਤ ਸਾਫ਼ ਹੈ, ਨੀਅਤ ਵਿੱਚ ਤੁਸੀਂ ਸਾਰਿਆਂ ਲਈ ਪੋਜ਼ਿਟਿਵ ਸੋਚ ਰਹੇ ਹੋ, ਮਤਲਬ ਜਿਸ ਨੂੰ ਜੋ ਮਿਲਿਆ ਉਹ ਉਸ ਦੀ ਕਿਸਮਤ ਵਿੱਚ ਹੈ ਤੇ ਜੋ ਮੈਨੂੰ ਮਿਲਣਾ ਹੈ ਉਹ ਮੇਰੀ ਕਿਸਮਤ ਵਿੱਚ ਹੈ। ਐਵੇਂ ਹੀ ਕਿਸੇ ਦੇ ਨਾਲ ਕਹਿ ਕੇ ਜਾਂ ਕਿਸੇ ਦੇ ਬਾਰੇ ਗਲਤ ਕੁਝ ਕਹਿ ਕੇ ਬੋਲ ਕੇ ਆਪਣੇ ਵੀ ਗ੍ਰਹਿ ਖਰਾਬ ਕਰ ਲਓ ਤੇ ਅਗਲੇ ਦੇ ਤੁਸੀਂ ਹੋਰ ਸਹੀ ਕਰ ਦਿਓ। ਚਲੋ ਸਹੀ ਤੇ ਕਰਨਾ ਚੰਗੀ ਗੱਲ ਹੈ, ਪਰ ਆਪਣੇ ਖਰਾਬ ਅਸੀਂ ਕਿਉਂ ਕਰਨੇ ਨੇ। ਇਸੇ ਤਰ੍ਹਾਂ ਹੀ ਅਗਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਕੋਸ਼ਿਸ਼ ਕਰੋ ਕਿ ਪਾਣੀ ਸਰਾਣੇ ਰੱਖ ਕੇ ਸੌਵੋ। ਰਾਤ ਨੂੰ ਪਾਣੀ ਚੰਦਰਮਾਏ ਤੁਹਾਡੇ ਮਨ ਨੂੰ ਮਜ਼ਬੂਤ ਰੱਖੇਗਾ, ਮਨ ਭਟਕੇਗਾ ਨਹੀਂ। ਕਈ ਵਾਰੀ ਅਸੀਂ ਬੈੱਡ ਤੇ ਗਏ ਆ, ਬਸ ਬੈੱਡ ਤੇ ਜਾ ਕੇ ਪਿਛਲੇ ਤੇ ਉਹ ਨੈਗੇਟਿਵ ਸੋਚ, ਉਹ ਪਿਛਲੀਆਂ ਗੱਲਾਂ ਦਿਮਾਗ ਵਿੱਚ ਘੁੰਮਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਸ ਦੇ ਨਾਲ ਸਾਰੀ ਰਾਤ ਹੀ ਖਰਾਬ ਹੋ ਜਾਂਦੀ ਹੈ ਤੇ ਅਸੀਂ ਸਵੇਰੇ ਉੱਠ ਕੇ ਬਸ ਜੀ ਰਾਤ ਉਹ ਸੋਚਣ ਲੱਗ ਗਏ, ਉਸ ਤੋਂ ਬਾਅਦ ਨੀਂਦ ਹੀ ਨਹੀਂ ਆਈ। ਕੀ ਹੋ ਗਿਆ? ਸੋਚਣ ਲਈ ਮਜਬੂਰ ਤੁਹਾਨੂੰ ਕਿਸੇ ਨੇ ਨਹੀਂ ਕੀਤਾ, ਤੁਹਾਡੇ ਦਿਮਾਗ ਨੇ, ਤੁਹਾਡੇ ਮਨ ਨੇ ਤੁਹਾਨੂੰ ਇੱਕ ਨਕਾਰਾਤਮਕ ਸੋਚ ਦੇ ਦਿੱਤੀ। ਇਸ ਤੋਂ ਬਚਣ ਦੇ ਲਈ ਤੁਸੀਂ ਰਾਤ ਨੂੰ ਗੜਵੀ, ਅਗਰ ਪਿੱਤਲ ਦੀ ਜਾਂ ਤਾਂਬੇ ਦੀ ਗੜਵੀ ਹੋਵੇ ਤਾਂ ਬਹੁਤ ਹੀ ਬੈਸਟ ਹੈ, ਨਹੀਂ ਤਾਂ ਤੁਸੀਂ ਕਿਸੇ ਗਲਾਸ ਦੇ ਵਿੱਚ ਪਾਣੀ ਰਾਤ ਨੂੰ ਸਰਾਣੇ ਢੱਕ ਕੇ ਰੱਖੋ। ਸਵੇਰੇ ਉੱਠੋ, ਸਭ ਤੋਂ ਪਹਿਲਾਂ ਉਹ ਪਾਣੀ ਬੂਟਿਆਂ ਵਿੱਚ ਪਾ ਦਿਓ। ਪੀਣਾ ਨਹੀਂ ਹੈ ਜੀ, ਉਸ ਵਿੱਚ ਨਕਾਰਾਤਮਕ ਊਰਜਾ ਹੋ ਗਈ ਹੈ, ਭਾਵੇਂ ਨਹੀਂ ਵੀ ਢੱਕਿਆ, ਅਗਰ ਨੰਗਾ ਰੱਖੋਗੇ ਤਾਂ ਵੀ ਉਸ ਵਿੱਚ ਨਕਾਰਾਤਮਕ, ਅਗਰ ਢੱਕ ਕੇ ਰੱਖਿਆ ਤਾਂ ਵੀ ਉਸਨੇ ਉਸ ਘੇਰੇ ਨੂੰ ਪੋਜ਼ਿਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਉਹ ਪਾਣੀ ਸਵੇਰੇ ਉੱਠ ਕੇ ਕਿਸੇ ਗਮਲੇ ਵਿੱਚ, ਨਿੰਮ ਦੇ ਬੂਟੇ ਨੂੰ, ਅਗਰ ਜ਼ਿਆਦਾ ਡਿਪਰੈਸ਼ਨ ਪਰੇਸ਼ਾਨੀ ਹੈ ਤਾਂ ਉਹ ਪਾਣੀ ਨੂੰ ਤੁਸੀਂ ਕਿੱਕਰ ਨੂੰ ਪਾਓ। ਸੱਚ ਜਾਣੋ 11 ਜਾਂ 43 ਦਿਨ ਕਿੱਕਰ ਨੂੰ ਪਾਉਣ ਤੇ ਸ਼ਨੀ ਰਾਹੂ ਹੈ ਜੀ ਕਿੱਕਰ, ਇੰਨਾ ਕੁ ਪੋਜ਼ਿਟਿਵ ਰਿਜ਼ਲਟ ਮਿਲੇਗਾ, ਡਿਪਰੈਸ਼ਨ ਕਿਤੇ ਹੀ ਚਲਾ ਜਾਏਗਾ ਜਾਂ ਦਿਮਾਗੀ ਟੈਨਸ਼ਨ ਬਹੁਤ ਜ਼ਿਆਦਾ ਪੋਜ਼ਿਟਿਵ ਹੋ ਜਾਏਗੀ। ਆਪਾਂ ਤੁਹਾਨੂੰ ਅੱਜ ਦੱਸਣਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ। ਇਹ ਤੇ ਸੀ ਕਿ ਜੇ ਨੀਂਦ ਨਹੀਂ ਆਉਂਦੀ ਜਾਂ ਜ਼ਿਆਦਾ ਹੀ ਨਕਾਰਾਤਮਕ ਅਸੀਂ ਸੋਚਦੇ ਹਾਂ ਜਾਂ ਮਨ ਬੜਾ ਬੇਚੈਨ ਪਰੇਸ਼ਾਨ ਹੈ, ਰਾਤ ਨੂੰ ਅਸੀਂ ਚੰਗੀ ਨੀਂਦ ਨਹੀਂ ਲੈ ਪਾਉਂਦੇ ਤੇ ਸਵੇਰੇ ਉੱਠ ਕੇ ਫਿਰ ਉਹ ਦਿਨ ਵੀ ਉਸੇ ਤਰ੍ਹਾਂ ਲੰਘਦਾ ਹੈ। ਸੌਣ ਤੋਂ ਪਹਿਲਾਂ ਕੋਸ਼ਿਸ਼ ਕਰੋ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਸਵੱਛ ਪਾਣੀ ਯਾਨੀ ਕਿ ਤਾਜ਼ੇ ਪਾਣੀ ਨਾਲ ਧੋਵੋ। ਮੋਟਰ ਤੋਂ ਜਾਂ ਨਲਕੇ ਤੋਂ ਲੈ ਕੇ ਟੂਟੀ ਵਾਲੇ ਪਾਣੀ ਤੋਂ ਤੁਸੀਂ ਅਵੋਇਡ ਹੀ ਕਰੋ, ਕਿਉਂਕਿ ਉਹ ਪਾਣੀ ਕਾਫੀ ਦੇਰ ਦਾ ਪਿਆ ਹੈ। ਤਾਂ ਤੁਸੀਂ ਸਵੱਛ ਪਾਣੀ ਦੇ ਨਾਲ, ਅਗਰ ਟੂਟੀ ਵਾਲਾ ਪਾਣੀ ਹੈ ਤਾਂ ਉਸ ਵਿੱਚ ਥੋੜੀ ਜਿਹੀ ਫਟਕੜੀ ਪਾ ਲਓ, ਫਿਰ ਹੋਰ ਜ਼ਿਆਦਾ ਅੱਛਾ ਹੋ ਜਾਏਗਾ। ਜਾਂ ਥੋੜਾ ਜਿਹਾ ਨਮਕ ਵੀ ਪਾ ਸਕਦੇ ਹੋ ਅਗਰ ਕੋਈ ਕਾਫੀ ਦੇਰ ਦਾ ਪਾਣੀ ਪਿਆ ਹੈ ਤਾਂ। ਚਲੋ ਸਭ ਤੋਂ ਪਹਿਲਾਂ ਸੌਣ ਤੋਂ ਤੁਸੀਂ ਆਪਣੇ ਪੈਰਾਂ ਨੂੰ ਪਾਣੀ ਨਾਲ ਧੋ ਕੇ ਉਸ ਨੂੰ ਚੰਗੀ ਤਰ੍ਹਾਂ ਸੁਕਾ ਲਵੋ ਤੇ ਉਸ ਤੇ ਕਿਸੇ ਵੀ ਤਰ੍ਹਾਂ ਦਾ ਤੇਲ ਜਾਂ ਕਰੀਮ ਦੇ ਨਾਲ ਹਲਕੀ ਹਲਕੀ ਮਸਾਜ ਕਰੋ। ਪੈਰ ਬ੍ਰਹਸਪਤ ਦੇ ਮੰਨੇ ਜਾਂਦੇ ਆ। ਬ੍ਰਹਸਪਤ ਤੁਹਾਡੇ ਸਾਰਾ ਸਰੀਰ ਪੈਰਾਂ ਨੇ ਆਪਣੇ ਉੱਪਰ ਚੱਕਿਆ ਏ ਤੇ ਉਹ ਹੀ ਧਰਤੀ ਨਾਲ ਟੱਚ ਕਰਦੇ ਆ। ਧਰਤੀ ਜੋ ਜਿਸ ਤੇ ਜੀਵਨ ਅਸੀਂ ਜਿਉ ਰਹੇ ਆ ਤੇ ਸਾਡੇ ਪੈਰ ਉਸ ਨਾਲ ਸਾਰਾ ਦਿਨ ਟੱਚ ਕਰਦੇ ਆ। ਬੜੇ ਪਵਿੱਤਰ ਨੇ ਜੀ ਪੈਰ।
ਆਸ਼ੀਰਵਾਦ ਲਿਆ ਕਰੋ ਸਭ ਦੇ ਪੈਰਾਂ ਨੂੰ ਹੱਥ ਲਗਾ ਕੇ, ਜਿਸ ਦੇ ਨਾਲ ਕਿ ਬ੍ਰਹਿਸਪਤ ਚੰਦਰ ਦੋਨੋਂ ਹੀ ਗ੍ਰਹਿ ਸਹੀ ਹੋ ਜਾਂਦੇ ਆ। ਚਲੋ ਆਪਣੇ ਪੈਰਾਂ ਨੂੰ ਤੁਸੀਂ ਬਿਲਕੁਲ ਸਾਫ਼ ਕਰਕੇ ਉਸ ਤੇ ਕਰੀਮ ਲਗਾ ਕੇ ਜਾਂ ਕਿਸੇ ਤਰ੍ਹਾਂ ਦਾ ਤੇਲ ਲਗਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ, ਤਾਂ ਕਿ ਖੁਸ਼ਕ ਨਾ ਰਹਿਣ, ਉਂਗਲੀਆਂ ਦੇ ਵਿੱਚ ਤੱਕ ਮਸਾਜ ਕਰ ਸਕਦੇ ਹੋ। 2 ਮਿੰਟ ਲੱਗਦੇ ਨੇ ਜੇ ਤੁਸੀਂ ਆਪਣੇ ਆਪ ਨੂੰ ਦਿਓ, ਆਪਣੇ ਪੈਰਾਂ ਨੂੰ ਦਿਓ ਜ਼ਰੂਰ। ਤੇ ਉਸ ਤੋਂ ਬਾਅਦ ਉਸ ਨੂੰ ਮਸਾਜ ਕਰਕੇ ਚੱਪਲ ਜੋ ਤੁਹਾਡੀ ਹੈ, ਜਦੋਂ ਤੁਸੀਂ ਬੈੱਡ ਤੇ ਜਾਣਾ ਹੈ ਉਸ ਨੂੰ ਤੁਸੀਂ ਸੈੱਟ ਕਰਕੇ ਰੱਖਣਾ ਹੈ। ਇਹ ਨਹੀਂ ਕਿ ਇੱਕ ਚੱਪਲ ਤੁਹਾਡੀ ਉਹ ਦੂਸਰੀ ਸਾਈਡ ਤੇ ਬੈੱਡ ਤੇ ਪਈ ਹੈ ਤੇ ਦੂਸਰੀ ਸਾਈਡ ਤੇ ਜਿੱਥੇ ਤੁਸੀਂ ਸੌਂ ਰਹੇ ਹੋ ਮੰਜੇ ਤੇ ਜਾਂ ਬੈੱਡ ਤੇ ਕਿਤੇ ਵੀ, ਉਸ ਨੂੰ ਸੈੱਟ ਕਰਕੇ ਤੁਸੀਂ ਬੈੱਡ ਦੇ ਉੱਪਰ ਜਦੋਂ ਸੌਣਾ ਹੈ ਤਾਂ ਸੌਣ ਤੋਂ ਪਹਿਲਾਂ ਆਪਣੇ ਈਸ਼ਟ ਨੂੰ, ਆਪਣੇ ਗੁਰੂ ਨੂੰ, ਆਪਣੇ ਪਰਮਾਤਮਾ ਨੂੰ ਯਾਦ ਕਰਨਾ ਹੈ ਕਿ ਜੋ ਤੂੰ ਇਹ ਦਿਨ ਬਤਾਇਆ ਹੈ ਬੜਾ ਵਧੀਆ ਸੀ, ਪਰਮਾਤਮਾ ਕਰੇ ਆਉਣ ਵਾਲਾ ਦਿਨ ਇਸ ਤੋਂ ਵੀ ਜ਼ਿਆਦਾ ਵਧੀਆ ਹੋਵੇ, ਤੇਰੀ ਕਿਰਪਾ ਸਾਡੇ ਤੇ ਬਣੀ ਰਵੇ। ਇਹ ਪੋਜ਼ਿਟਿਵਿਟੀ ਲੈਣੀ ਹੈ। ਤੁਸੀਂ ਅੱਖਾਂ ਬੰਦ ਕਰਕੇ ਯਾਦ ਕਰਨਾ ਹੈ। ਬੈੱਡ ਤੇ ਬੈਠ ਕੇ ਪਾਠ ਨਹੀਂ ਕਰਨਾ। ਜੇ ਤੁਸੀਂ ਸੋਚ ਰਹੇ ਹੋ ਕਿ ਪੈਰ ਧੋ ਕੇ ਜਾ ਕੇ ਤੁਸੀਂ ਬੈੱਡ ਤੇ ਬੈਠ ਕੇ ਕੋਈ ਪਾਠ ਕਰਨਾ ਹੈ ਤੇ ਉਸ ਤੋਂ ਬਾਅਦ ਸੌਣਾ ਹੈ, ਪਾਠ ਤੁਸੀਂ ਨੀਚੇ ਬੈਠ ਕੇ ਹੀ ਕਰਨਾ ਹੈ, ਜਾਂ ਜਿਸ ਜਗ੍ਹਾ ਤੇ ਤੁਹਾਡਾ ਪੂਜਾ ਸਥਾਨ ਹੈ ਉੱਥੇ ਬੈਠ ਕੇ ਹੀ ਤੁਸੀਂ ਪਰਮਾਤਮਾ ਨੂੰ ਯਾਦ ਕਰਨਾ ਹੈ। ਬੈੱਡ ਤੇ ਸਿਰਫ ਤੁਸੀਂ ਉਸ ਦਾ ਧੰਨਵਾਦ ਕਰਨਾ ਹੈ, ਠੀਕ ਹੈ ਜੀ। ਤੇ ਨਾਲ ਤੁਸੀਂ ਹਲਕਾ ਜਿਹਾ ਪਰਫਿਊਮ ਸੌਣ ਤੋਂ ਪਹਿਲਾਂ, ਜਾਂ ਰੂਮ ਫਰੈਸ਼ਰ ਅੱਜ ਕੱਲ੍ਹ ਆ ਗਏ ਆ ਬਹੁਤ ਸਾਰੇ, ਤਾਂ ਉਹ ਤੁਸੀਂ ਆਪਣੇ ਰੂਮ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਸੁਗੰਧਿਤ ਚੀਜ਼ ਘਰ ਵਿੱਚ ਆਪਣੇ ਰੂਮ ਵਿੱਚ ਜਲਾ ਲੈਣੀ ਹੈ। ਤੇ ਉੱਥੇ ਜਾ ਕੇ ਤੁਸੀਂ ਉਸ ਨੂੰ ਪਰਮਾਤਮਾ ਨੂੰ ਯਾਦ ਕਰਕੇ ਬੈੱਡ ਤੇ ਬੈਠ ਕੇ, ਸਵੱਛ ਚਾਦਰ ਹੋਵੇ, ਪਿੱਲੋ ਬਿਲਕੁਲ ਸਹੀ ਤਰ੍ਹਾਂ ਨਾਲ ਪਏ ਹੋਣ, ਇੱਧਰ ਉੱਧਰ ਖਿੰਡੇ ਹੋਏ ਵਟਾਂ ਵਾਲੀ ਚਾਦਰ ਤੇ ਬਿਲਕੁਲ ਨਹੀਂ ਸੌਣਾ ਚਾਹੀਦਾ, ਜਿਸ ਦੇ ਨਾਲ ਨਕਾਰਾਤਮਕ ਜੋ ਚੀਜ਼ਾਂ ਨੇ ਉੱਥੇ ਹੀ ਸਥਾਪਿਤ ਰਹਿੰਦੀਆਂ ਨੇ। ਤੇ ਨਾਲ ਤੁਸੀਂ ਕਮਰੇ ਨੂੰ ਹਵਾਦਾਰ, ਸਵੱਛ ਉਹ ਤੇ ਤੁਹਾਡਾ ਹੋਏਗਾ ਹੀ, ਉਸ ਨੂੰ ਰੱਖਣਾ ਹੈ। ਵਾਧੂ ਦਾ ਸਮਾਨ, ਖਾਸ ਤੌਰ ਤੇ ਇਲੈਕਟ੍ਰੋਨਿਕ ਸਮਾਨ ਬਿਲਕੁਲ ਵੀ ਆਪਣੇ ਬੈੱਡ ਦੇ ਆਲੇ ਦੁਆਲੇ ਨਹੀਂ ਰੱਖਣਾ। ਚਾਬੀਆਂ ਦੇ ਗੁੱਛੇ, ਐਕਸਪਾਇਰ ਦਵਾਈਆਂ ਜਾਂ ਖਾਣ ਪੀਣ ਵਾਲੀਆਂ ਦਵਾਈਆਂ ਵੀ ਜੋ ਤੁਸੀਂ ਖਾ ਵੀ ਰਹੇ ਹੋ ਰੈਗੂਲਰ, ਉਹਨਾਂ ਨੂੰ ਵੀ ਤੁਸੀਂ ਆਪਣੇ ਬੈੱਡ ਦੇ ਉੱਤੇ ਸਜਾ ਕੇ ਨਹੀਂ ਰੱਖਣਾ, ਨਹੀਂ ਤਾਂ ਉਹ ਤੁਹਾਡੇ ਨਾਲ ਹੀ ਸਜੀਆਂ ਰਹਿਣਗੀਆਂ, ਮਤਲਬ ਸਾਰੀ ਉਮਰ ਹੀ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ। ਜਿਸ ਨੂੰ ਤੁਸੀਂ ਇੰਨੀ ਮਾਨਤਾ ਦਿੱਤੀ ਹੈ, ਜਿਸ ਨੂੰ ਤੁਸੀਂ ਆਪਣੇ ਬੈੱਡ ਦੇ ਨਾਲ ਸਵਾ ਰਹੇ ਹੋ, ਤੁਹਾਡਾ ਪਿੱਛਾ ਕਿਉਂ ਛੱਡਣਗੇ? ਲੌਜਿਕ ਹੈ ਜੀ ਇਸ ਗੱਲ ਦਾ ਵੀ। ਇਸ ਕਰਕੇ ਧਿਆਨ ਦੇਣਾ ਚਾਹੀਦਾ ਉਹਨਾਂ ਚੀਜ਼ਾਂ ਵੱਲ ਵੀ ਜੋ ਸਾਡੇ ਨਾਲ ਕਾਫੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਤੇ ਸਾਨੂੰ ਉਹ ਨਹੀਂ ਚਾਹੀਦੀਆਂ। ਸਾਨੂੰ ਦਵਾਈ ਨਹੀਂ ਚਾਹੀਦੀ, ਸਾਨੂੰ ਟੈਨਸ਼ਨ ਨਹੀਂ ਚਾਹੀਦੀ, ਸਾਨੂੰ ਲੰਬੇ ਰੋਗ ਨਹੀਂ ਚਾਹੀਦੇ, ਤਾਂ ਅਸੀਂ ਮੈਡੀਸਨ ਇਹ ਨਹੀਂ ਕਿ ਉਹਨੂੰ ਸੁੱਟ ਦਿਓ, ਉਸ ਨੂੰ ਕਿਸੇ ਹੋਰ ਜਗ੍ਹਾ ਤੇ ਰੱਖੋ ਜਿੱਥੇ ਤੁਸੀਂ ਖਾ ਕੇ ਆਪਣੇ ਬੈੱਡ ਤੇ ਆ ਗਏ ਤੇ ਤੁਸੀਂ ਬੈੱਡ ਤੇ ਆ ਕੇ ਜੋ ਹੈ ਪਰਮਾਤਮਾ ਨੂੰ ਯਾਦ ਕੀਤਾ, ਧੰਨਵਾਦ ਕੀਤਾ, ਬੜੀ ਲੰਬੀ ਸਾਰੀ ਸਮਾਈਲ ਤੇ ਸਭ ਦੇ ਸਰਬੱਤ ਦੇ ਭਲੇ ਲਈ ਕਿ ਪਰਮਾਤਮਾ ਉਸ ਦਾ ਵੀ ਭਲਾ ਕਰੇ ਜੋ ਸਾਡੇ ਲਈ ਚੰਗੇ ਨੇ ਜਾਂ ਕਿਵੇਂ ਵੀ ਤਰ੍ਹਾਂ ਨੇ। ਮਾਫ ਕਰ ਦਿਓ ਉਹਨਾਂ ਨੂੰ ਜਿਨ੍ਹਾਂ ਦਾ ਤੁਹਾਡੇ ਦਿਮਾਗ ਤੇ ਕੋਈ ਬੋਝ ਚੱਲ ਰਿਹਾ ਹੈ ਜਾਂ ਜਿਨ੍ਹਾਂ ਕਿਸੇ ਵੀ ਰਿਸ਼ਤੇ ਵਿੱਚ ਕੋਈ ਕੜਕਣ ਚੱਲ ਰਹੀ ਹੈ। ਕਹੋ ਕਿ ਕੋਈ ਨਹੀਂ ਹੈ, ਉਹ ਉਸ ਦਾ ਕਰਮ ਸੀ, ਉਹ ਉਸ ਦਾ ਸੁਭਾਅ ਸੀ, ਉਸਨੇ ਜੋ ਕਰ ਦਿੱਤਾ, ਮੇਰੇ ਹੀ ਕਰਮਾਂ ਵਿੱਚ ਇਹ ਚੀਜ਼ ਲਿਖੀ ਸੀ, ਮੇਰੇ ਨਾਲ ਇਹ ਹੋਣਾ ਸੀ। ਜਦੋਂ ਤੁਸੀਂ ਇੱਦਾਂ ਦੀਆਂ ਚੀਜ਼ਾਂ ਸੋਚ ਲੈਂਦੇ ਹੋ ਤਾਂ ਉਸ ਦਾ ਜੋ ਨੈਗੇਟਿਵ ਪ੍ਰਭਾਵ ਹੈ ਜਾਂ ਕਿਸਮਤ ਤੇ ਛੱਡ ਦਿੰਦੇ ਹੋ ਤਾਂ ਬੜਾ ਹੀ ਵਧੀਆ ਰਿਲੈਕਸ ਮਿਲ ਜਾਂਦੀ ਹੈ ਮਨ ਨੂੰ। ਕਦੇ ਮਾਫ ਕਰਕੇ ਤਾਂ ਦੇਖੋ ਆਪਣਿਆਂ ਨੂੰ, ਜਾਂ ਜਿਨ੍ਹਾਂ ਨੇ ਤੁਹਾਡੇ ਨਾਲ ਮਾੜਾ ਕੀਤਾ ਹੈ ਉਹਨਾਂ ਨੂੰ ਮਾਫ ਕਰਕੇ ਦੇਖੋ, ਬੜਾ ਵਧੀਆ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ। ਸ਼ਾਂਤੀ ਹੀ ਤਾਂ ਚਾਹੀਦੀ ਹੈ, ਹੋਰ ਆਪਾਂ ਨੂੰ ਚਾਹੀਦਾ ਨਹੀਂ ਕੀ। ਇਹ ਗ੍ਰਹਿ ਆਪਾਂ ਇਸੇ ਕਰਕੇ ਸੈੱਟ ਕਰਦੇ ਆ ਕਿ ਮਨ ਸ਼ਾਂਤ ਰਵੇ, ਆਪਣਿਆਂ ਨਾਲ ਬਣੇ, ਆਪਣੇ ਔਲਾਦ, ਆਪਣੇ ਬੱਚਿਆਂ ਦੇ ਲਈ ਚੰਗਾ ਸੋਚੋ। ਤੇ ਨਾਲ ਤੁਸੀਂ ਸੌਣ ਤੋਂ ਪਹਿਲਾਂ ਇਹ ਸੋਚੋ ਕਿ ਟੀਚਾ ਕੀ ਹੈ ਸਾਡਾ, ਅਸੀਂ ਕਰਨਾ ਕੀ ਚਾਹੁੰਦੇ ਆ, ਅਸੀਂ ਬਣਨਾ ਕੀ ਚਾਹੁੰਦੇ ਆ, ਕਿ ਪਰਮਾਤਮਾ ਬਸ ਇਹ ਚੀਜ਼ ਕਰਨੀ ਹੀ ਕਰਨੀ ਹੈ ਤੇ ਇਹ ਚੀਜ਼ ਮੇਰੇ ਕੋਲ ਹੋ ਜਾਣੀ ਹੈ। ਕੱਲ ਇੱਕ ਨਵਾਂ ਦਿਨ ਚੜ੍ਹਨਾ ਹੈ ਤੇ ਨਵੀਂ ਸ਼ੁਰੂਆਤ ਹੋਣੀ ਹੈ ਤੇ ਮੈਂ ਬੜੀ ਵਧੀਆ ਨੀਂਦ ਲੈ ਕੇ ਸਵੇਰੇ ਸੂਰਜ ਦਾ ਸਵਾਗਤ ਕਰਨਾ ਹੈ ਤੇ ਉਹ ਸੂਰਜ ਦੇ ਨਾਲ ਮੈਂ ਵੀ ਚਮਕ ਜਾਣਾ ਹੈ। ਜਦੋਂ ਤੁਸੀਂ ਇਹ ਚੀਜ਼ਾਂ ਸੋਚਦੇ ਹੋ, ਜਦੋਂ ਇਹ ਤੁਸੀਂ ਚੀਜ਼ਾਂ ਕਰਦੇ ਹੋ ਤਾਂ ਸੱਚ ਜਾਣੋ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ ਕਿ ਇਹ ਬੰਦੇ ਨੇ ਹਿੰਮਤ ਕੀਤੀ ਹੈ ਤੇ ਹੁਣ ਤੇ ਮੈਂ ਇਸ ਦਾ ਸਾਥ ਦੇਣਾ ਹੀ ਦੇਣਾ ਹੈ। 4 ਚੀਜ਼ਾਂ ਨੇ ਜੀ। ਇੱਕ ਤਾਂ ਪੈਰਾਂ ਨੂੰ ਧੋ ਕੇ ਜ਼ਰੂਰ ਰੱਖੋ, ਦੂਸਰੇ ਆਪਣੇ ਬੈੱਡ ਤੇ ਆਉਣ ਤੋਂ ਪਹਿਲਾਂ ਵੱਡਿਆਂ ਨੂੰ ਯਾਦ ਕਰੋ, ਸਭ ਨੂੰ ਮਾਫ ਕਰੋ ਤੇ ਸਰਾਣੇ ਪਿੱਲੋ ਬਿਲਕੁਲ ਸਾਫ਼ ਰੱਖੋ, ਉਹਨਾਂ ਵਿੱਚ ਸਲਵਟ ਚਾਦਰ ਤੇ ਬਿਲਕੁਲ ਵੀ ਨਾ ਪੈਣ ਦੇਵੋ। ਪਾਣੀ ਸਰਾਣੇ ਰੱਖੋ ਤੇ ਸਵੇਰੇ ਉੱਠ ਕੇ ਉਹ ਪਾਣੀ ਬੂਟਿਆਂ ਨੂੰ ਪਾ ਦੇਵੋ ਤੇ ਨਾਲ ਹੀ ਸਵੇਰੇ ਉੱਠ ਕੇ ਆਪਣੇ ਬਜ਼ੁਰਗਾਂ ਦੇ ਪੈਰੀਂ ਹੱਥ ਲਗਾਓ। ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਘਰ ਦੇ ਜੋ ਤੁਹਾਡਾ ਮੇਨ ਗੇਟ ਹੈ ਉੱਥੇ ਜਾ ਕੇ ਥੋੜੀ ਜੋ ਤੁਹਾਡਾ ਮੇਨ ਗੇਟ ਹੈ ਉੱਥੇ ਪਾਣੀ ਦੇ ਕੱਚੀ ਲੱਸੀ ਦੇ ਛਿੱਟੇ ਮਾਰ ਦਵੋ ਤਾਂ ਕਿ ਸਵੇਰੇ ਉੱਠਣ ਤੇ ਉਸਦੀ ਪੋਜ਼ਿਟਿਵਿਟੀ ਬਣ ਜਾਵੇ। ਅਗਰ ਤੁਸੀਂ ਇਹ ਕੰਮ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕਰਦੇ ਹੋ
ਇੱਕ ਕੰਮ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਆਪਣੀ ਕਿਚਨ ਦੇ ਵਿੱਚ ਜੂਠੇ ਭਾਂਡੇ ਰਾਤ ਨੂੰ ਨਾ ਛੱਡੋ। ਅਗਰ ਤੁਸੀਂ ਰਾਤ ਨੂੰ ਜੂਠੇ ਭਾਂਡੇ ਆਪਣੀ ਕਿਚਨ ਵਿੱਚ ਰੱਖ ਦਿੰਦੇ ਹੋ ਤਾਂ ਉਸ ਦੇ ਨਾਲ ਵੀ ਘਰ ਵਿੱਚ ਨਕਾਰਾਤਮਕ ਊਰਜਾ ਬਣੀ ਰਹਿੰਦੀ ਹੈ, ਇੰਨੀ ਜ਼ਿਆਦਾ ਸਵੈਸ਼ ਨੀਂਦ ਨਹੀਂ ਆਉਂਦੀ ਤੇ ਨਾਲ ਪਰਿਵਾਰ ਵਿੱਚ ਭਾਂਡੇ ਖੜਕਦੇ ਰਹਿੰਦੇ ਨੇ, ਛੋਟੀਆਂ-ਮੋਟੀਆਂ ਲੜਾਈਆਂ ਝਗੜੇ ਵੀ ਹੁੰਦੇ ਰਹਿੰਦੇ ਨੇ। ਇਸ ਕਰਕੇ ਕੋਸ਼ਿਸ਼ ਕਰੋ ਕਿ ਰਾਤ ਨੂੰ ਬਰਤਨ ਸਾਫ਼ ਕਰਕੇ ਰੱਖੋ। ਕੋਸ਼ਿਸ਼ ਕਰੋ, ਵੈਸੇ ਤਾਂ ਚਲੋ ਡਾਕਟਰ ਕਈ ਵਾਰੀ ਦੱਸਦੇ ਆ ਕਿ ਸੌਣ ਤੋਂ ਪਹਿਲਾਂ ਦੁੱਧ ਪੀਣਾ ਚਾਹੀਦਾ, ਪਰ ਗ੍ਰਹਿਾਂ ਦੇ ਮੁਤਾਬਕ ਰਾਤ ਨੂੰ ਸ਼ਨੀ ਦੇ ਟਾਈਮ ਤੇ ਚੰਦਰਮਾ ਦੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਥੋੜੇ ਦਿਨ ਛੱਡ ਕੇ ਦੇਖ ਲਵੋ, ਤੁਸੀਂ ਅਗਰ ਰੈਗੂਲਰ ਲੈ ਰਹੇ ਹੋ ਤਾਂ ਇਸ ਦੇ ਨਾਲ ਅਗਰ ਤੁਹਾਨੂੰ ਪੋਜ਼ਿਟਿਵ ਆਇਆ, ਲੱਗਿਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਤਾਂ ਨਹੀਂ ਪੀਣਾ। ਅਗਰ ਤੁਹਾਨੂੰ ਲੱਗਿਆ ਕਿ ਕੋਈ ਫਰਕ ਨਹੀਂ ਹੈ ਤਾਂ ਫਿਰ ਦੁਬਾਰਾ ਤੋਂ ਪੀਣਾ ਸ਼ੁਰੂ ਕਰ ਦੇਣਾ। ਵੈਸੇ ਰਾਤ ਨੂੰ ਦੁੱਧ ਬੈੱਡ ਤੇ ਨਹੀਂ ਪੀਣਾ ਚਾਹੀਦਾ, ਸਿਤਾਰੇ ਖਰਾਬ ਹੋ ਜਾਂਦੇ ਨੇ, ਗ੍ਰਹਿ ਖਰਾਬ ਹੋ ਜਾਂਦੇ ਨੇ। 15 ਦਿਨ ਚੰਦਰਮਾ ਨੇ ਸ਼ੁਕਲ ਪਕਸ਼ ਵਿੱਚ ਰਹਿਣਾ ਤੇ ਚੰਦਰਮਾ ਦੇ ਉਸਨੇ 15 ਦਿਨ ਉਸਨੇ ਕ੍ਰਿਸ਼ਨ ਪਕਸ਼ ਵਿੱਚ, ਯਾਨੀ 15 ਦਿਨ ਨੇਰ ਪੱਖ ਹੈ ਤੇ 15 ਦਿਨ ਚਾਨਣ ਪੱਖ ਹੈ। ਇਸ ਕਰਕੇ ਉਹ 15 ਦਿਨ ਜਦੋਂ ਚੰਦਰਮਾ ਨੇਰ ਪੱਖ ਵਿੱਚ ਹੋਵੇ ਉਦੋਂ ਤਾਂ ਬਿਲਕੁਲ ਹੀ ਰਾਤ ਨੂੰ ਚਿੱਟੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਕਰਕੇ ਰਾਤ ਨੂੰ ਦੁੱਧ ਦਾ ਸੇਵਨ ਵੀ ਥੋੜੇ ਦਿਨ ਤੁਸੀਂ ਬੰਦ ਕਰ ਸਕਦੇ ਹੋ। ਅੱਛੀ ਨੀਂਦ ਵੀ ਆਏਗੀ, ਰਾਤ ਅੱਛੀ ਬੀਤੇਗੀ, ਦਿਨ ਵੀ ਵਧੀਆ ਚੜੇਗਾ, ਸਕਾਰਾਤਮਕ ਊਰਜਾ ਵੀ ਤੁਹਾਡੇ ਵਿੱਚ ਰਹੇਗੀ। ਇੰਨੇ ਕੁ ਕੰਮ ਤੁਸੀਂ ਕਰਕੇ ਦੇਖੋ, ਬੜਾ ਵਧੀਆ ਰਿਜ਼ਲਟ ਮਿਲੇਗਾ। ਬਾਕੀ ਅਸੀਂ ਤਿਆਰ ਹਾਂ ਜੀ ਤੁਹਾਡੇ ਕੁਐਸਚਨ ਲੈਣ ਦੇ ਲਈ। ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਹੈ, ਕੋਈ ਪ੍ਰੋਬਲਮ ਹੈ ਕਿਸੇ ਨਾਲ ਰਿਲੇਟਡ, ਤਾਂ ਤੁਸੀਂ ਸਾਡੇ ਤੋਂ ਉਸ ਬਾਰੇ ਪੁੱਛ ਸਕਦੇ ਹੋ, ਜਾਣਕਾਰੀ ਲੈ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕਿਸੇ ਵੀ ਪ੍ਰਸ਼ਨ ਨੂੰ ਲੌਜੀਕਲੀ ਉਸ ਦਾ ਹੱਲ ਦੱਸਣ ਦੇ ਲਈ। ਕੁਝ ਕੁ ਨੇ ਸਾਨੂੰ ਮੰਗਲੀਕ ਦੋਸ਼ ਬਾਰੇ ਦੱਸਿਆ, ਅਗਲੀ ਆਉਣ ਵਾਲੀਆਂ ਵੀਡੀਓ ਵਿੱਚ ਉਸ ਬਾਰੇ ਵੀ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ। ਇੱਕ ਤੁਸੀਂ ਪ੍ਰਸ਼ਨ ਕੀਤਾ ਸੀ, ਅਸੀਂ ਤੁਹਾਨੂੰ ਦੱਸਿਆ ਸੀ ਕਿ ਕਿਹੜਾ ਨਗ ਕਿਹੜੀ ਰਾਸ਼ੀ ਵਾਲਿਆਂ ਨੂੰ ਪਾਉਣਾ ਚਾਹੀਦਾ। ਕੁਝ ਕੁ ਨੇ ਫਿੰਗਰ ਪੁੱਛੀ ਹੈ ਤੇ ਇੱਕ ਵੀਡੀਓ ਅਸੀਂ ਬਣਾਵਾਂਗੇ ਕਿਹੜੇ ਨਗ ਪਾਉਣ ਦੇ ਨਾਲ ਤੁਸੀਂ ਆਪਣੇ ਗ੍ਰਹਿਾਂ ਨੂੰ ਹੋਰ ਜ਼ਿਆਦਾ ਪੋਜ਼ਿਟਿਵ, ਜਾਂ ਜਿਨ੍ਹਾਂ ਦੀ ਰਾਸ਼ੀ ਨਹੀਂ ਪਤਾ ਜਿਨ੍ਹਾਂ ਨੂੰ, ਉਹ ਕਿਹੜਾ ਸਟੋਨ ਹੈ ਜੋ ਸਾਰੀ ਹੀ ਰਾਸ਼ੀ ਵਾਲੇ ਪਾ ਸਕਦੇ ਆ, ਤੇ ਕਿਹੜੀ ਆਪਣੀ ਉਂਗਲੀ ਦੇ ਵਿੱਚ ਕਿਹੜਾ ਸਟੋਨ ਪਾਉਣਾ ਚਾਹੀਦਾ ਹੈ, ਉਸ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਪਰਮਾਤਮਾ ਕਰੇ ਕਿ ਤੁਹਾਡੇ ਜੋ ਸਿਤਾਰੇ ਨੇ ਤੁਹਾਨੂੰ ਪੋਜ਼ਿਟਿਵ ਰੱਖਣ, ਨਿਰੋਗ ਰੱਖਣ, ਰੋਗ ਬਿਲਕੁਲ ਵੀ ਨਾ ਤੁਹਾਡਾ ਹੋਵੇ, ਹਰ ਪਾਸਿਓਂ ਤੁਹਾਨੂੰ ਪੋਜ਼ਿਟਿਵਿਟੀ ਮਿਲੇ। ਆਪਣੇ ਮਨ ਨੂੰ ਮਜ਼ਬੂਤ ਰੱਖੋ, ਕਦੇ ਵੀ ਕਿਸੇ ਵੀ ਤਰ੍ਹਾਂ ਦਾ ਗਲਤ ਕਦਮ ਨਾ ਚੱਕੋ। ਕੋਸ਼ਿਸ਼ ਕਰੋ ਤੁਹਾਡੇ ਤੋਂ ਸਭ ਦਾ ਭਲਾ ਹੀ ਹੋਵੇ। ਸੱਚ ਜਾਣੋ, ਨਾਲ ਹੀ ਤੁਹਾਡਾ ਭਲਾ ਹੋਣਾ ਸ਼ੁਰੂ ਹੋ ਜਾਏਗਾ। ਜੋ ਸੋਚ ਤੁਸੀਂ ਦੂਜਿਆਂ ਲਈ ਰੱਖੋਗੇ ਉਸ ਦਾ ਪੋਜ਼ਿਟਿਵ ਰਿਜ਼ਲਟ ਤੁਹਾਡੇ ਵੱਲ ਹਮੇਸ਼ਾ ਹੀ ਆਏਗਾ। ਪਰ ਜਦੋਂ ਤੁਸੀਂ ਕਰਮ ਕਰੋ ਤਾਂ ਸਭ ਤੋਂ ਪਹਿਲਾਂ ਆਪਣਾ ਤੇ ਆਪਣਿਆਂ ਦਾ ਸੋਚੋ, ਤਾਂ ਹੀ ਤੁਸੀਂ ਹਮੇਸ਼ਾ ਜ਼ਿੰਦਗੀ 'ਚ ਕਾਮਯਾਬ ਰਹਿ ਸਕਦੇ ਹੋ। ਚਲੋ ਜੀ, ਹੁਣ ਸਮਾਂ ਹੋ ਚੱਲਿਆ ਇਜਾਜ਼ਤ ਦਾ, ਤੇ ਸਬਸਕ੍ਰਾਈਬ ਕਰ ਦਿਓ ਮੇਰਾ ਚੈਨਲ, ਤੇ ਨਾਲ ਹੀ ਕੋਈ ਕੁਐਸਚਨ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ। ਸ਼ੇਅਰ ਵੀ ਕਰੋ ਵੀਡੀਓ, ਤਾਂ ਕਿ ਕਾਫੀ ਸਾਰੇ ਲੋਕਾਂ ਨੂੰ ਪੋਜ਼ਿਟਿਵਿਟੀ ਵੀ ਆਵੇ ਤੇ ਚੰਗੀ ਜਾਣਕਾਰੀ ਵੀ ਮਿਲੇ। ਮੈਨੂੰ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।